ਸਾਥੀਓ, ਰੂਪਨਗਰ ਜ਼ਿਲ੍ਹੇ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਾਡੇ ਵੱਲੋਂ ਇੱਕ ਲੜਾਈ ਲੜੀ ਜਾ ਰਹੀ ਹੈ ਨਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਮਾਫੀਆ ਦੇ ਵਿਰੋਧ ਦੇ ਵਿੱਚ। ਪਰ ਸਾਡੇ ਕੁਝ ਸਾਥੀਆਂ ਨੂੰ, ਸਾਡੇ ਜ਼ਿਲ੍ਹੇ ਦੇ ਕੁਝ ਵਸਨੀਕਾਂ ਨੂੰ ਇਸ ਗੱਲ ਦੀ ਕਲੈਰਿਟੀ ਨਹੀਂ ਹੈ, ਜਾਂ ਇਸ ਗੱਲ ਦੀ ਸਮਝ ਨਹੀਂ ਹੈ, ਜਾਂ ਇਸ ਗੱਲ ਦੀ ਮਹੱਤਤਾ ਦਾ ਨਹੀਂ ਪਤਾ ਕਿ ਇਹ ਲੜਾਈ ਇੰਨੀ ਜ਼ਰੂਰੀ ਕਿਉਂ ਹੈ, ਜੋ ਅਸੀਂ ਇਸ ਨੂੰ ਇੰਨੇ ਲੰਬੇ ਸਮੇਂ ਤੋਂ ਲੜ ਰਹੇ ਹਾਂ। ਬਾਰ-ਬਾਰ ਆਪਣੇ ਤੇ ਪਰਚੇ ਕਰਵਾ ਕੇ ਕਈ ਤਰ੍ਹਾਂ ਦੇ ਸਰਕਾਰਾਂ ਦੇ ਜ਼ੁਲਮ ਝੱਲ ਕੇ ਇਸ ਲੜਾਈ ਨੂੰ ਆਪਣੇ ਇਲਾਕੇ ਦੇ ਲਈ, ਆਪਣੇ ਜ਼ਿਲ੍ਹੇ ਦੇ ਲਈ ਕਿਉਂ ਲੜ ਰਹੇ ਹਾਂ, ਕੀ ਇਸ ਲੜਾਈ ਦੀ ਮਹੱਤਤਾ ਹੈ, ਇਹ ਬਹੁਤੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੈ, ਗਿਆਨ ਨਹੀਂ ਹੈ। ਇਸ ਵੀਡੀਓ ਦੇ ਰਾਹੀਂ ਖਾਸ ਤੌਰ ਤੇ ਮੈਂ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਮਹੱਤਤਾ ਦੱਸਣੀ ਚਾਹੂੰਗਾ ਕਿ ਨਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਮਾਫੀਆ ਦੇ ਵਿਰੋਧ ਦੇ ਵਿੱਚ ਇਹ ਲੜਾਈ ਇੰਨੀ ਜ਼ਿਆਦਾ ਅਹਿਮ ਕਿਉਂ ਹੈ। ਸਾਥੀਓ, ਸਭ ਤੋਂ ਪਹਿਲਾਂ ਤਾਂ ਨਜਾਇਜ਼ ਮਾਈਨਿੰਗ ਦੇ ਜਿਹੜੇ ਵਿਗਿਆਨਕ ਨਤੀਜੇ ਹੁੰਦੇ ਨੇ, ਪਾਣੀ ਦਾ ਲੈਵਲ ਡਾਊਨ ਜਾਣਾ, ਦਰਿਆਵਾਂ ਦਾ ਰਸਤਾ ਬਦਲਣਾ, ਜਾਂ ਹਰੇ ਭਰੇ ਪਹਾੜਾਂ ਦੀ ਜੋ ਕਟਾਈ ਇਸ ਮਾਫੀਏ ਵੱਲੋਂ ਕੀਤੀ ਜਾਂਦੀ ਹੈ, ਉਹ ਜਿਹੜੇ ਨਤੀਜੇ ਹੈ ਉਹ ਸਾਨੂੰ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣੇ ਪੈ ਸਕਦੇ ਆ। ਪਰ ਜੇ ਅਸੀਂ ਉਹਨਾਂ ਨਤੀਜਿਆਂ ਨੂੰ ਪਾਸੇ ਛੱਡ ਕੇ ਸਿਰਫ ਆਰਥਿਕ ਲੁੱਟ ਦਾ ਜ਼ਿਕਰ ਕਰੀਏ ਤਾਂ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਨਜਾਇਜ਼ ਮਾਈਨਿੰਗ ਕਰਾਉਣ ਦੇ ਉੱਤੇ ਇੱਕ ਸਿਆਸੀ ਮਾਫੀਆ ਰੋਜ਼ਾਨਾ 1 ਕਰੋੜ ਤੱਕ ਦੀ ਗੁੰਡਾ ਪਰਚੀ ਦੀ ਲੁੱਟ ਕਰਦਾ, ਰੋਜ਼ਾਨਾ 1 ਕਰੋੜ ਤੱਕ ਰੁਪਇਆ ਇਕੱਠਾ ਕਰਦਾ ਰਾਇਲਟੀ ਦੇ ਨਾਂ ਤੇ, ਗੁੰਡਾ ਪਰਚੀ ਦੇ ਨਾਂ ਤੇ। ਰੋਜ਼ਾਨਾ 1 ਕਰੋੜ ਰੁਪਈਆ ਜਿਹੜੇ ਨਜਾਇਜ਼ ਮਾਈਨਿੰਗ ਕਰਨ ਵਾਲੇ, ਕ੍ਰੈਸ਼ਰਾਂ ਵਾਲੇ ਜਾਂ ਹੋਰ ਕਈ ਤਰ੍ਹਾਂ ਦਾ ਕਾਰੋਬਾਰ ਕਰਨ ਵਾਲੇ 1 ਕਰੋੜ ਦੀ ਜੋ ਗੁੰਡਾ ਪਰਚੀ ਰੋਜ਼ਾਨਾ ਦਿੰਦੇ ਨੇ, ਤਾਂ ਸੁਭਾਵਕ ਹੈ ਕਿ ਉਹ ਖੁਦ ਵੀ ਸਾਰੇ ਮਿਲ ਕੇ ਰੋਜ਼ ਦੀ 1 ਕਰੋੜ ਦਾ ਰੈਵਨਿਊ, 1 ਕਰੋੜ ਦੀ ਕਮਾਈ ਖੁਦ ਵੀ ਕਰਦੇ ਹੋਣਗੇ, ਤਾਂ ਹੀ 1 ਕਰੋੜ ਰੁਪਇਆ ਜਿਹੜਾ ਇਹ ਗੁੰਡਾ ਟੈਕਸ ਦਾ ਵੀ ਅਦਾ ਕਰਦੇ ਨੇ। ਕਹਿਣ ਦਾ ਮਤਲਬ ਰੋਜ਼ ਦਾ 2 ਕਰੋੜ ਰੁਪਏ ਤੋਂ ਜ਼ਿਆਦਾ ਦਾ ਰੈਵਨਿਊ ਜਿਹੜਾ ਉਹ ਜਨਰੇਟ ਹੁੰਦਾ, ਰੋਜ਼ ਦੀ 2 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਕਮਾਈ ਹੁੰਦੀ ਹੈ ਮਾਈਨਿੰਗ ਦੇ ਵਿੱਚੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ, ਜੋ ਕਿ 1 ਮਹੀਨੇ ਦੇ ਵਿੱਚ 60 ਕਰੋੜ ਦੀ ਕਮਾਈ ਇਸ ਧੰਦੇ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚ ਰੈਵਨਿਊ ਜਨਰੇਟ ਹੁੰਦਾ। ਪਰ ਇਹ ਜਿਹੜੇ ਕਮਾਈ ਕਰਨ ਵਾਲੇ ਨੇ, ਗੁੰਡਾ ਟੈਕਸ ਇਕੱਠਾ ਕਰਨ ਵਾਲੇ ਨੇ, ਜਾਂ ਜਿਹੜੇ ਬਹੁਤੀ ਗਿਣਤੀ 'ਚ ਕ੍ਰੈਸ਼ਰਾਂ ਵਾਲੇ ਨੇ, ਉਹ ਜ਼ਿਲ੍ਹੇ ਤੋਂ ਬਾਹਰਲੇ ਨੇ, ਜਾਂ ਜਿਹੜਾ ਹਿੱਸਾ ਜਾਂਦਾ ਇਸ ਇਹ ਜਿਹੜੀ ਗੁੰਡਾ ਪਰਚੀ ਜਾਂਦੀ ਹੈ ਉਹ ਲੀਡਰਾਂ ਦੇ ਘਰਾਂ ਦੇ ਵਿੱਚ ਜਾਂਦੀ ਹੈ। ਜਦ ਕਿ ਇਸ ਮਾਈਨਿੰਗ ਦੇ ਕਾਨੂੰਨ ਦੇ ਮੁਤਾਬਕ ਸਾਡਾ ਜ਼ਿਲ੍ਹੇ ਦੇ ਲੋਕਾਂ ਦਾ ਪਹਿਲਾ ਹੱਕ ਹੈ ਆਪਣੇ ਕੁਦਰਤੀ ਸਰੋਤਾਂ ਦੇ ਉੱਪਰ। ਜੇ ਉਹ ਪਹਿਲਾ ਹੱਕ ਵਾਕਈ ਸਾਡੇ ਲੋਕਾਂ ਨੂੰ ਮਿਲਿਆ ਹੋਵੇ, ਜੇ 2 ਕਰੋੜ ਰੋਜ਼ ਦਾ ਔਰ 60 ਕਰੋੜ ਜਿਹੜਾ ਮਹੀਨੇ ਦਾ ਵਾਕਈ ਲੋਕਾਂ ਦੇ ਹਿੱਸੇ ਆਉਂਦਾ ਹੋਵੇ, ਉਹਦਾ ਤੁਸੀਂ ਮਤਲਬ ਸਮਝੋ ਕਿ ਕੀ ਹੈ। 60 ਕਰੋੜ ਦਾ ਮਤਲਬ ਇਹ ਹੈ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ, ਜਿਹੜਾ ਕੋਈ ਡਿਪਲੋਮਾ ਹੋਲਡਰ ਹੈ ਜਾਂ ਡਿਗਰੀ ਹੋਲਡਰ ਹੈ, ਜੇ ਉਹਨੂੰ ਜਿਹੜੀ ਨੌਕਰੀ ਹੈ 30,000 ਰੁਪਇਆ ਤਨਖਾਹ ਦੀ, 30,000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਨੌਕਰੀ ਮਿਲ ਜੇ, ਤਾਂ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ, ਆਪਣੇ ਆਪ ਨੂੰ ਲੱਕੀ ਸਮਝਦਾ। ਔਰ 2 ਕਰੋੜ ਰੁਪਇਆ ਰੋਜ਼ ਦਾ, 60 ਕਰੋੜ ਰੁਪਇਆ 1 ਮਹੀਨੇ ਦਾ ਮਤਲਬ ਹੈ ਕਿ 30,000 ਰੁਪਇਆ ਮੰਥਲੀ, 30,000 ਰੁਪਇਆ ਮਹੀਨੇ ਦੀਆਂ 20,000 ਨੌਕਰੀਆਂ ਇਸ ਰੈਵਨਿਊ ਦੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਉਤਪੰਨ ਹੋ ਸਕਦੀਆਂ। ਪਰ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜਾ ਸਾਰਾ ਰੈਵਨਿਊ ਹੈ, ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ, ਸਾਡੇ ਨੌਜਵਾਨਾਂ ਨੂੰ ਇਹ 20,000 ਰੁਜ਼ਗਾਰ ਦੇਣ ਦੀ ਬਜਾਏ ਸਿਰਫ ਜਾਂ ਤਾਂ ਇਹ ਲੀਡਰਾਂ ਦੇ ਘਰ ਇਹਦੇ ਨਾਲ ਭਰੇ ਜਾ ਰਹੇ ਹੈ। ਇਸੇ ਕਰਕੇ ਤੁਸੀਂ ਦੇਖ ਸਕਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹੇ ਦੇ ਵਿੱਚ ਚਾਹੇ ਜਿੱਡੀ ਮਰਜ਼ੀ ਹਾਹਾਕਾਰ ਮਚੀ ਰਹੀ ਹੋਵੇ ਨਜਾਇਜ਼ ਮਾਈਨਿੰਗ ਨੂੰ ਲੈ ਕੇ, ਗੁੰਡਾ ਪਰਚੀ ਨੂੰ ਲੈ ਕੇ, ਪਰ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਚੁਣੇ ਹੋਏ ਲੀਡਰ ਹੈ, ਉਹਨਾਂ ਨੇ ਕਦੇ ਵੀ ਇਸ ਮੁੱਦੇ ਤੇ ਬੋਲਣਾ ਸਹੀ ਨਹੀਂ ਸਮਝਿਆ, ਕਦੇ ਵੀ ਇਸ ਮੁੱਦੇ ਦਾ ਹੱਲ ਲੱਭਣਾ ਸਹੀ ਨਹੀਂ ਸਮਝਿਆ। ਕਿਉਂਕਿ ਇਹ ਜਿਹੜਾ ਰੈਵਨਿਊ ਹੈ ਮਹੀਨੇ ਦਾ 60 ਕਰੋੜ ਦਾ, ਜਿਹਦੇ ਨਾਲ 20,000 ਲੋਕਾਂ ਦੇ ਘਰ ਚੱਲ ਸਕਦੇ ਆ,
ਉਹਦੇ ਨਾਲ ਇਕੱਲੇ ਇਹਨਾਂ ਲੀਡਰਾਂ ਦੇ ਘਰ ਭਰੇ ਜਾ ਸਕਦੇ ਆ। ਇਹਦਾ ਸਬੂਤ ਇਹਨਾਂ ਲੀਡਰਾਂ ਦੀਆਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਬਣੀਆਂ ਜਾਇਦਾਦਾਂ ਨੂੰ ਵੀ ਦੇਖ ਸਕਦੇ ਹੋ। ਇਹਨਾਂ ਦਾ ਜੋ ਰਹਿਣ ਦਾ ਸਟੇਟਸ ਹੈ, ਜੋ ਇਹਨਾਂ ਦਾ ਰਹਿਣ ਸਹਿਣ ਹੈ, ਉਹਦੇ ਕੋਲੋਂ ਵੀ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ। ਹੁਣ ਹੱਲ ਕੀ ਹੈ ਇਸ ਚੀਜ਼ ਦਾ, ਮੰਗ ਕੀ ਹੈ? ਹੱਲ ਇਸ ਚੀਜ਼ ਦਾ ਹੈ ਕਿ ਕ੍ਰੈਸ਼ਰ ਇੰਡਸਟਰੀ, ਅਸੀਂ ਨਹੀਂ ਕਹਿੰਦੇ ਕਿ ਬੰਦ ਹੋਣੀ ਚਾਹੀਦੀ ਹੈ, ਕ੍ਰੈਸ਼ਰ ਇੰਡਸਟਰੀ ਚੱਲਣੀ ਚਾਹੀਦੀ ਹੈ। ਲੋਕਾਂ ਨੂੰ ਰੇਤੇ ਬਜਰੀ ਦੀ ਵੀ ਲੋੜ ਹੈ। ਜਿਹੜਾ ਕਾਨੂੰਨ ਦੇ ਅਨੁਸਾਰ ਲਿਖਿਆ ਹੋਇਆ ਪਹਿਲਾ ਹੱਕ ਹੈ ਉਹ ਸਾਡੇ ਲੋਕਾਂ ਨੂੰ ਮਿਲਣਾ ਚਾਹੀਦਾ। ਜਿਹੜੇ ਸਾਡੇ ਲੋਕਲ ਕ੍ਰੈਸ਼ਰ ਵਾਲਿਆਂ ਨੇ ਆਪਣੇ ਕ੍ਰੈਸ਼ਰ ਇਨਵੈਸਟਮੈਂਟ ਕਰਕੇ ਲਾਏ ਹੋਏ ਨੇ, ਉਹ ਕੋਈ ਕ੍ਰੈਸ਼ਰ ਪਾਲਿਸੀ ਬਣੇ, ਕ੍ਰੈਸ਼ਰ ਪਾਲਿਸੀ ਬਣ ਕੇ ਲੋਕਲ ਲੋਕਾਂ ਦੇ ਜਿਹੜੇ ਕ੍ਰੈਸ਼ਰ ਹੈ ਉਹ ਕਾਨੂੰਨ ਦੇ ਦਾਇਰੇ ਦੇ ਅਨੁਸਾਰ ਚੱਲਣ। ਜਿੰਨੀ ਕੁ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੋਈ ਹੈ ਉਨੀ ਕੁ ਉਹਨਾਂ ਨੂੰ ਆਊਟਪੁੱਟ ਵੀ ਮਿਲੇ, ਤੇ ਜਿਹੜਾ ਬਾਕੀ ਰੈਵਨਿਊ ਇਸ ਮਾਈਨਿੰਗ ਦੇ ਵਿੱਚੋਂ ਜਨਰੇਟ ਕੀਤਾ ਜਾ ਸਕਦਾ ਹੋਵੇ, ਕੁਦਰਤੀ ਸਰੋਤਾਂ ਦਾ ਵਿਨਾਸ਼ ਕੀਤੇ ਬਿਨਾਂ, ਕੁਦਰਤੀ ਸਰੋਤਾਂ ਨੂੰ ਬਚਾ ਕੇ ਸਹੀ ਢੰਗ ਦੇ ਨਾਲ ਜਿੰਨੀ ਕੁ ਮਾਈਨਿੰਗ ਹੋ ਸਕੇ ਉਹਦੇ ਤੋਂ ਜਿੰਨਾ ਰੈਵਨਿਊ ਜਨਰੇਟ ਕੀਤਾ ਜਾ ਸਕਦਾ ਹੋਵੇ, ਉਹਦੇ ਨਾਲ ਲੋਕਲ ਨੌਜਵਾਨਾਂ ਨੂੰ, ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਸੀਲੇ, ਰੁਜ਼ਗਾਰ ਦੇ ਸਾਧਨ ਉਤਪੰਨ ਕੀਤੇ ਜਾਣ। ਐਸੀ ਇੱਕ ਪਾਲਿਸੀ ਦੀ ਲੋੜ ਹੈ। ਪਰ ਤੁਹਾਨੂੰ ਇਸ ਗੱਲ ਦੀ ਵੀ ਹੈਰਾਨੀ ਹੋਏਗੀ ਕਿ ਗਵਾਂਢੀ ਸੂਬੇ ਹਿਮਾਚਲ ਦੇ ਵਿੱਚ ਤਾਂ ਪਾਲਿਸੀ ਹੈਗੀ ਹੈ, ਪਰ ਪੰਜਾਬ ਸਰਕਾਰ ਇਸ ਇੰਡਸਟਰੀ ਨੂੰ ਲੈ ਕੇ ਕੋਈ ਪਾਲਿਸੀ ਜਾਣਬੁੱਝ ਕੇ ਨਹੀਂ ਬਣਾ ਰਹੀ। ਨਾ ਪਿਛਲੀ ਅਕਾਲੀ ਸਰਕਾਰ ਨੇ ਬਣਾਈ ਹੈ, ਨਾ ਕਾਂਗਰਸ ਸਰਕਾਰ ਨੇ ਬਣਾਈ ਹੈ, ਤਾਂ ਕਿ ਇਹ ਜਿਹੜਾ ਰੈਵਨਿਊ ਜਨਰੇਟ ਹੋ ਰਿਹਾ ਇਹਦੇ ਮੂੰਹ ਇਹਨਾਂ ਲੀਡਰਾਂ ਦੇ ਘਰਾਂ ਵੱਲ ਹੀ ਰਹਿਣ। ਜੇ ਪਾਲਿਸੀ ਬਣ ਗਈ ਤਾਂ ਜਿਹੜਾ ਇਹ ਰੈਵਨਿਊ ਹੈ 60 ਕਰੋੜ ਦਾ ਮੰਥਲੀ, ਇਹਦੇ ਜਿਹੜੇ ਮੂੰਹ ਹੈ ਉਹ ਲੋਕਲ ਲੋਕਾਂ ਦੇ ਘਰਾਂ ਵੱਲ ਮੁੜ ਸਕਦੇ ਨੇ, ਪੜ੍ਹੇ ਲਿਖੇ ਨੌਜਵਾਨਾਂ ਦੇ ਘਰਾਂ ਵੱਲ ਮੁੜ ਸਕਦੇ ਨੇ। ਮੈਂ ਫਿਰ ਤੋਂ ਇਹ ਗੱਲ ਦੁਹਰਾਉਣੀ ਚਾਹੁੰਦਾ ਕਿ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ, ਪਰ ਜੇ ਜਿੰਨੀ ਕੁ ਵੀ ਮਾਈਨਿੰਗ ਹੋ ਸਕੇ ਲੀਗਲ ਪੈਰਾਮੀਟਰ ਦੇ ਅੰਦਰ, ਕੁਦਰਤੀ ਨਿਯਮਾਂ ਦੇ ਅਨੁਸਾਰ, ਉਹ ਇਸ ਤਰ੍ਹਾਂ ਦੀ ਪਾਲਿਸੀ ਦੇ ਨਾਲ ਹੋਣੀ ਚਾਹੀਦੀ ਹੈ, ਜਿਹਦੇ ਵਿੱਚੋਂ ਜਿਹੜਾ ਸਿਰਫ ਤੇ ਸਿਰਫ ਵੱਡੇ ਲੀਡਰਾਂ ਦੇ ਜਾਂ ਬਾਹਰਲੇ ਲੋਕਾਂ ਦੇ ਘਰ ਨਾ ਭਰਨ, ਖਜ਼ਾਨੇ ਨਾ ਭਰਨ, ਸਗੋਂ ਵੰਡ ਕੇ ਲੋਕਲ ਪੜ੍ਹੇ ਲਿਖੇ ਲੋਕਾਂ ਨੂੰ ਰੁਜ਼ਗਾਰ ਮਿਲੇ। ਕਿਉਂਕਿ ਤੁਸੀਂ ਜਿੱਥੇ ਵੀ ਦੇਖ ਲਓ, ਜਿਹੜੀ ਇੰਡਸਟਰੀ ਜਿੱਥੇ ਵੀ ਕਿਤੇ ਮੁਲਕ ਦੇ ਵਿੱਚ ਹੈਗੀ ਹੈ, ਉੱਥੇ ਲੋਕਲ ਲੋਕ ਸੰਘਰਸ਼ ਕਰਦੇ ਨੇ ਆਪਣੇ ਹੱਕ ਲੈਣ ਲਈ, ਆਪਣੇ ਰੁਜ਼ਗਾਰ ਲੈਣ ਲਈ। ਪਰ ਸਾਡੇ ਇਲਾਕੇ ਦਾ ਕਦੀ ਮੁੱਦਾ ਸਾਡੇ ਲੀਡਰਾਂ ਨੇ ਬਣਨ ਨਹੀਂ ਦਿੱਤਾ, ਕਿਉਂਕਿ ਇਹ ਹਮੇਸ਼ਾ ਚੁੱਪ ਵੱਟ ਕੇ ਰੱਖਦੇ ਨੇ, ਮੋਟੀ ਕਮਾਈ ਜਿਹੜੀ ਹੈ ਉਹ ਆਪ ਕਰਦੇ ਨੇ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਦੇ ਰਾਹੀਂ ਇਹ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਕਰਨੀ ਚਾਹੁੰਦਾ ਸੀ ਕਿ ਕੀ ਮਹੱਤਤਾ ਹੈ ਇਸ ਲੜਾਈ ਦੀ। ਸੋ ਇਹ ਜਿਹੜੇ ਸਾਡੇ ਆਪਣੇ ਚੁਣੇ ਹੋਏ ਨੁਮਾਇੰਦੇ ਸਾਡੇ ਆਪਣੇ ਲੋਕਾਂ ਨਾਲ, ਸਾਡੇ ਨਾਲ, ਆਪਣੇ ਨਾਲ ਗੱਦਾਰੀ ਕਰਕੇ ਆਪਣੇ ਇਲਾਕੇ ਨੂੰ ਇਸ ਮਾਫੀਏ ਦੇ ਕੋਲ ਵੇਚ ਕੇ ਨੌਜਵਾਨਾਂ ਨੂੰ ਬੇਰੁਜ਼ਗਾਰ ਰੱਖ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੇ ਨੇ, ਔਰ ਖੁਦ ਇੱਕ ਰਜਵਾੜਿਆਂ ਵਾਲਾ, ਰਾਜਿਆਂ ਵਾਲਾ ਜੀਵਨ ਬਤੀਤ ਕਰ ਰਹੇ ਨੇ। ਆਓ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਵਿਰੁੱਧ ਇਸ ਲੜਾਈ ਨੂੰ ਹੋਰ ਤੇਜ਼ ਤੇ ਹੋਰ ਜ਼ੋਰਦਾਰ ਤਰੀਕੇ ਨਾਲ ਲੜੀਏ। ਔਰ ਜਿੰਨੀ ਲੁੱਟ ਸਾਡੀ ਇਹਨਾਂ ਨੇ ਕੀਤੀ ਹੈ ਅੱਜ ਤੱਕ ਪਿਛਲੇ 10-15 ਸਾਲਾਂ ਦੇ ਵਿੱਚ, ਉਹਦੀ ਵੀ ਆਪਾਂ ਰਲ ਕੇ ਕਿਸੇ ਵੱਡੀ ਏਜੰਸੀ ਕੋਲੋਂ ਜਾਂਚ ਕਰਵਾ ਕੇ ਇਹਨਾਂ ਨੂੰ ਇਸ ਗੱਲ ਦਾ ਜ਼ਰੂਰ ਜਵਾਬ ਦਈਏ ਕਿ ਜਦੋਂ ਲੋਕ ਜਾਗਦੇ ਨੇ ਉਦੋਂ ਬਹੁਤ ਕੁਝ ਹੋ ਸਕਦਾ। ਤੇ ਆਉਣ ਵਾਲੇ ਸਮੇਂ ਦੇ ਲਈ ਵੀ ਜੇ ਅਸੀਂ ਸਾਰੇ ਰਲ ਕੇ ਖੜੀਏ ਤਾਂ ਇੱਕ ਐਸੀ ਪਾਲਿਸੀ ਜ਼ਰੂਰ ਬਣ ਸਕਦੀ ਹੈ ਜਿਹਦੇ ਨਾਲ ਕੁਦਰਤੀ ਸਰੋਤ ਵੀ ਬਚੇ ਰਹਿਣ ਔਰ ਲੋਕਲ ਲੋਕਾਂ ਨੂੰ ਜਿਹੜਾ ਰੁਜ਼ਗਾਰ ਹੈ ਉਹ ਵੀ ਮਿਲੇ। ਧੰਨਵਾਦ। ਜੈ ਹਿੰਦ।